ਸੱਜਣੋ, ਪਿਛਲੀ ਵੀਡੀਓ ਵਿੱਚ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਵਰਤਮਾਨ ਵਿੱਚ ਦਿੱਤੇ ਗਏ ਵੱਖ-ਵੱਖ ਰਾਖਵੇਂਕਰਨ ਦੇ ਨਾਵਾਂ ਪ੍ਰਤੀ ਲੋਕਾਂ ਵਿੱਚ ਕਿਸ ਤਰ੍ਹਾਂ ਘਿਰਨਾ ਹੋ ਚੁੱਕੀ ਹੈ, ਜਿਨ੍ਹਾਂ ਨੂੰ ਬਦਲਣ ਦੀ ਲੋੜ ਹੈ। ਮੇਰੇ ਪਿਆਰੇ ਸੱਜਣੋ, ਇਹ ਆਰਥਿਕ ਤੌਰ ਤੇ ਜਾਂ ਪਿਛੜੇ ਸ਼੍ਰੇਣੀਆਂ ਲਈ ਜਾਂ ਅਨੁਸੂਚਿਤ ਜਾਤੀਆਂ ਲਈ ਮੈਂ ਜੋ ਕੁਝ ਬੋਲ ਰਿਹਾ ਹਾਂ, ਇਸ ਦਾ ਮੈਨੂੰ ਕੋਈ ਲਾਭ ਨਹੀਂ ਹੋਣ ਵਾਲਾ, ਕਿਉਂਕਿ ਮੇਰੇ ਬੱਚੇ ਸਭ ਬਾਹਰ ਨੇ। ਪਰ ਮੈਂ 35-36 ਸਾਲ ਸਕੂਲ ਦੀ ਸਰਵਿਸ ਕੀਤੀ ਹੈ ਔਰ ਜੋ ਕੁਝ ਮੈਂ ਉੱਥੇ ਦੇਖਿਆ ਹੈ ਔਰ ਜਿਸ ਘਿਰਨਾ ਨਾਲ ਹੇਠਲੇ ਲੋਕਾਂ ਨੂੰ ਦੇਖਿਆ ਜਾਂਦਾ ਹੈ, ਉਹ ਹੀ ਮੇਰੇ ਅੰਦਰ ਇਹ ਗੱਲ ਬੈਠੀ ਹੋਈ ਹੈ ਤੇ ਮੈਂ ਆਪ ਨੂੰ ਚੁਕੰਨੇ ਕਰਨਾ ਚਾਹੁੰਦਾ ਹਾਂ। ਆਰਥਿਕ ਤੌਰ ਤੇ ਕਮਜ਼ੋਰ ਸ਼੍ਰੇਣੀ ਦੇ ਵੀਰੋ ਕਹਿੰਦੇ ਹਨ, ਬੂਟਾ ਲਾਉਣਾ ਸੌਖਾ ਹੁੰਦਾ ਹੈ ਪਰ ਪਾਲ ਕੇ ਚੰਗਾ ਝਾੜ ਲੈਣਾ ਕਿਤੇ ਔਖਾ ਹੁੰਦਾ ਹੈ। ਅੱਜ ਮੈਂ ਆਪਣੇ ਨਿੱਜੀ ਤਜਰਬੇ ਤੋਂ ਇਹ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇਹ ਧੱਕਾ ਉਸ ਵੇਲੇ ਹੀ ਸ਼ੁਰੂ ਹੋ ਜਾਂਦਾ ਹੈ ਜਦ ਕਿਤੇ ਦਾਖਲੇ ਲਈ ਜਾਂ ਨੌਕਰੀ ਲਈ ਅਰਜ਼ੀ ਦੇਣੀ ਹੁੰਦੀ ਹੈ। ਇਸ ਸੰਬੰਧਿਤ ਸਭ ਤੋਂ ਅੱਛੀ ਉਦਾਹਰਨ ਇਸ ਨਾਲ ਸੰਬੰਧਿਤ ਸਭ ਤੋਂ ਅੱਛੀ ਉਦਾਹਰਨ ਮੇਰੇ ਪਿੰਡ ਦੀ ਪੰਚਾਇਤ ਦੀ ਚੋਣ ਦੀ ਹੈ, ਜੋ ਕਿ 2003 ਵਿੱਚ ਹੋਈ ਦੀ ਕਹੀ ਜਾ ਸਕਦੀ ਹੈ। ਮੇਰਾ ਪਿੰਡ ਮਨਸੂਰਪੁਰ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੈ। ਦੀ ਕੋਈ 16-1700 ਵੋਟ ਹੈ। ਇਸ ਵਿੱਚ ਪਿਛੜੀ ਸ਼੍ਰੇਣੀ ਲਈ ਇੱਕ ਸੀਟ ਪੰਚਾਇਤ ਮੈਂਬਰ ਦੀ ਰਿਜ਼ਰਵ ਸੀ। ਉਸ ਲਈ ਦੋ ਉਮੀਦਵਾਰਾਂ ਵਿੱਚ ਟਾਕਰਾ ਸੀ। ਇੱਕ ਨੇ 308 ਵੋਟਾਂ ਹਾਸਲ ਕਰ ਲਈਆਂ ਅਤੇ ਦੂਜੇ ਨੂੰ 247 ਵੋਟਾਂ ਮਿਲੀਆਂ। 308 ਵੋਟਾਂ ਵਾਲਾ ਉਮੀਦਵਾਰ ਜਿੱਤ ਗਿਆ ਅਤੇ 247 ਵੋਟਾਂ ਵਾਲਾ ਹਾਰਿਆ ਕਰਾਰ ਦੇ ਦਿੱਤਾ ਗਿਆ। ਹੈਰਾਨੀ ਹੋਵੇਗੀ ਕਿ ਜਦ ਜਨਰਲ ਕੈਟਾਗਰੀ ਵਿੱਚ ਜਾਂ ਇਹ ਕਹਿ ਲਓ ਕਿ ਗੈਰ ਰਾਖਵੀਂ ਸ਼੍ਰੇਣੀ ਵਾਲਾ ਸਿਰਫ 93 ਵੋਟਾਂ ਲੈ ਕੇ ਹੀ ਜਿੱਤ ਗਿਆ। ਸੋ ਦੱਸੋ ਫਿਰ ਰਿਜ਼ਰਵੇਸ਼ਨ ਦਾ ਕੀ ਫਾਇਦਾ? ਕਿਸ ਦੀ ਰਿਜ਼ਰਵੇਸ਼ਨ ਹੋਈ? ਵਾਰੇ ਜਾਈਏ ਕਾਨੂੰਨ ਬਣਾਉਣ ਵਾਲਿਆਂ ਦੇ ਜਾਂ ਹਦਾਇਤਾਂ ਦੇਣ ਵਾਲਿਆਂ ਦੇ? ਹੋਣਾ ਤੇ ਇਹ ਚਾਹੀਦਾ ਸੀ ਕਿ ਸਾਰੇ ਮੈਂਬਰਾਂ ਦੀ ਮੈਰਿਟ ਇਕੱਠੀ ਬਣਾਈ ਜਾਂਦੀ। ਦੇਖਿਆ ਜਾਂਦਾ ਕਿ 7 ਮੈਂਬਰੀ ਪੰਚਾਇਤ ਵਿੱਚ ਮੈਰਿਟ ਵਿੱਚ BC ਅਤੇ SC ਅਤੇ ਔਰਤਾਂ ਦਾ ਰਾਖਵਾਂਕਰਨ ਘੱਟੋ ਘੱਟ ਇੱਕ ਮੈਂਬਰ ਪੂਰਾ ਹੈ। ਜੇ ਹੈ ਤਾਂ ਠੀਕ ਹੈ, ਜੇ ਇਸ ਤੋਂ ਵੱਧ ਹਨ ਤਾਂ ਵੀ ਠੀਕ ਹੈ, ਜੇ ਨਹੀਂ ਤਾਂ ਮੈਂਬਰੀ ਮੈਰਿਟ ਵਿੱਚੋਂ, ਜੇ ਨਹੀਂ ਤਾਂ 7 ਮੈਂਬਰੀ ਮੈਰਿਟ ਵਿੱਚੋਂ ਹੇਠਲਾ ਉਮੀਦਵਾਰ ਹਟਾ ਕੇ ਜਾਂ ਤਰਕ ਅਨੁਸਾਰ ਜਿਸ ਨੂੰ ਹਟਾਉਣਾ ਬਣਦਾ ਹੈ ਹਟਾ ਕੇ ਉਸ ਦੀ ਥਾਂ ਤੇ ਰਿਜ਼ਰਵ ਕੈਟਾਗਰੀ ਦੇ ਰਹਿੰਦੇ ਉਮੀਦਵਾਰਾਂ ਦੀ ਉੱਪਰਲੀ ਮੈਰਿਟ ਵਾਲਾ ਉਮੀਦਵਾਰ ਰੱਖ ਲਿਆ ਜਾਵੇ। BC SC ਅਤੇ ਔਰਤਾਂ ਜੇਕਰ 7 ਮੈਂਬਰਾਂ ਵਿੱਚੋਂ ਇੱਕ ਤੋਂ ਵੱਧ ਹਨ ਤਾਂ ਉਹਨਾਂ ਵਿੱਚ ਵੀ ਹੇਠਲੀ ਮੈਰਿਟ ਵਾਲਾ ਹਟਾਇਆ ਜਾ ਸਕਦਾ ਹੈ। ਇਸ ਤਰ੍ਹਾਂ 93 ਵੋਟਾਂ ਵਾਲਾ ਉਮੀਦਵਾਰ ਨਹੀਂ ਸੀ ਆ ਸਕਦਾ ਤੇ ਨਾ ਹੀ ਉਹਦਾ ਹੱਕ ਬਣਦਾ ਸੀ, ਜਦ ਕਿ 1947 ਵਾਲਾ ਜਿਹਦਾ ਹੱਕ ਬਣਦਾ ਸੀ ਉਹ ਹਾਰਿਆ ਕਰਾਰ ਦਿੱਤਾ ਗਿਆ ਅਤੇ ਉਸਨੇ ਬਾਅਦ ਵਿੱਚ ਕੋਸ਼ਿਸ਼ ਵੀ ਨਹੀਂ ਕੀਤੀ। ਉਸਨੇ ਇਹ ਸਮਝਿਆ ਇਹ ਰਫੜ 'ਚ ਪੈਣਾ ਕੀ ਤੇ ਇਹਦੇ ਵਿੱਚ ਪਿਆ ਕੀ ਹੈ। ਸੋ ਇਹ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ BC SC ਜਾਂ ਔਰਤਾਂ ਦੀ ਰਿਜ਼ਰਵੇਸ਼ਨ ਵਿੱਚ ਇਕੱਲਿਆਂ ਦਾ ਰਿਜ਼ਲਟ ਕੱਢਣਾ ਬਿਲਕੁਲ ਠੀਕ ਨਹੀਂ ਹੈ। ਇੱਥੇ ਇੱਕ ਗੱਲ ਦੱਸ ਦੇਣਾ ਚਾਹੁੰਦਾ ਹਾਂ ਕਿ ਪਿੰਡ ਵਿੱਚ 85% ਵੋਟਰ ਇਹੋ ਜਿਹੇ ਹਨ ਜੋ ਪਿਛੜੀ ਜਾਤੀ ਨਾਲ ਸੰਬੰਧ ਰੱਖਦੇ ਹਨ। ਪਿਆਰੇ ਸੱਜਣੋ, ਮੈਂ ਬੋਲਿਆ ਸੀ ਇਹ ਧੱਕਾ ਅਰਜ਼ੀ ਦੇਣ ਵਾਲੇ ਸਮੇਂ ਹੀ ਸ਼ੁਰੂ ਹੋ ਜਾਂਦਾ ਹੈ। ਬੁਕਲੇਟ ਜਾਂ ਬਰੋਚਰ ਜੋ ਹਦਾਇਤਾਂ ਪੜ੍ਹਨ ਲਈ ਦਿੱਤੀ ਜਾਂਦੀ ਹੈ ਉਸ ਵਿੱਚ ਇਹ ਸਾਫ਼ ਲਿਖਿਆ ਹੁੰਦਾ ਹੈ ਕਿ ਅਰਜ਼ੀ ਵਿੱਚ ਕਿਸੇ ਇੱਕ ਸ਼੍ਰੇਣੀ ਨੂੰ ਟਿਕ ਕਰੋ। ਉਮੀਦਵਾਰ ਕਿਵੇਂ ਫੈਸਲਾ ਕਰੇ ਕਿ ਉਹ ਜਨਰਲ ਕੈਟਾਗਰੀ ਨੂੰ ਟਿਕ ਕਰੇ ਤਾਂ ਫਾਇਦੇ ਵਿੱਚ ਰਹੇਗਾ ਜਾਂ ਰਿਜ਼ਰਵ ਕੈਟਾਗਰੀ ਵਿੱਚ ਨੂੰ ਟਿਕ ਕਰੇ ਤੇ ਫਾਇਦੇ 'ਚ ਰਹੇਗਾ। ਪੰਚਾਇਤੀ ਚੋਣ ਦੀ ਉਦਾਹਰਨ ਤੁਸੀਂ ਦੇਖ ਹੀ ਲਈ ਹੈ। ਕਈ ਵਾਰੀ ਇਹ ਵੀ ਦੇਖਣ 'ਚ ਆਇਆ ਹੈ ਕਿ ਰਿਜ਼ਰਵ ਕੈਟਾਗਰੀ ਦੀ ਮੈਰਿਟ ਜਨਰਲ ਨਾਲੋਂ ਵੱਧ ਹੁੰਦੀ ਹੈ। ਇਹ ਸਥਿਤੀ 2009 ਦੇ PPSC ਦੀ ਕੱਟ ਆਫ ਲਿਸਟ ਵਿੱਚ ਮੈਂ ਖੁਦ ਦੇਖੀ ਹੈ। ਉਸ ਵਿੱਚ ਹੈਂਡੀਕੈਪ ਉਮੀਦਵਾਰਾਂ ਦੀ ਉੱਪਰਲੀ ਮੈਰਿਟ 315 ਦੇ ਕਰੀਬ ਸੀ, ਜਦ ਕਿ ਜਨਰਲ ਕੈਟਾਗਰੀ ਦੀ ਉੱਪਰਲੀ ਮੈਰਿਟ 305 ਦੇ ਕਰੀਬ ਸੀ। ਇਸ ਸੰਬੰਧੀ ਅੰਗਰੇਜ਼ੀ ਟ੍ਰਿਬਿਊਨ ਦਾ ਪੇਜ ਮੇਰੇ ਪਾਸ ਹਾਲੇ ਤੱਕ ਵੀ ਪਿਆ ਹੈ। ਕਿਸੇ ਵੀ ਸ਼੍ਰੇਣੀ ਦੀ ਰਿਜ਼ਰਵੇਸ਼ਨ ਉਸ ਦੀ ਆਬਾਦੀ ਤੋਂ ਕਾਫੀ ਘੱਟ ਹੁੰਦੀ ਹੈ। ਜਿਵੇਂ ਕਿ ਹੁਣ ਇਕਨੋਮਿਕਲੀ ਵੀਕਰ ਸੈਕਸ਼ਨ ਦੀ ਹੈ
ਜਨਰਲ ਕੈਟਾਗਰੀ ਦੀ ਆਬਾਦੀ 30% ਦੇ ਲਗਭਗ ਹੈ, ਜਦ ਕਿ ਰਿਜ਼ਰਵੇਸ਼ਨ 10% ਹੈ। ਬੁਕਲੇਟ ਵਿੱਚ ਜਨਰਲ ਕੈਟਾਗਰੀ ਵਿੱਚ ਲਾਭ ਮਿਲਣ ਵਾਲੀ ਹਦਾਇਤ ਸ਼ਾਮਲ ਨਹੀਂ ਹੁੰਦੀ। ਨਾ ਹੀ ਇਹ ਲਿਖਿਆ ਹੁੰਦਾ ਹੈ ਕਿ ਕਿਸ ਕੈਟਾਗਰੀ ਦੀ ਕਾਉਂਸਲਿੰਗ ਪਹਿਲਾਂ ਹੋਵੇਗੀ ਤੇ ਕਿਸ ਦੀ ਬਾਅਦ ਵਿੱਚ। ਇਸ ਕਰਕੇ ਯੂਨੀਵਰਸਿਟੀਆਂ ਜਾਂ ਜਿਨ੍ਹਾਂ ਨੇ ਨੌਕਰੀ ਦੇਣੀ ਹੁੰਦੀ ਹੈ ਨੂੰ ਮਨਮਾਨੀ ਕਰਨ ਦੀ ਖੁੱਲ੍ਹ ਮਿਲ ਜਾਂਦੀ ਹੈ। ਇਹ ਸਭ ਕੁਝ ਮੈਂ 2011 ਸਾਲ ਦੇ ਆਧਾਰ ਤੇ ਕਰ ਰਿਹਾ ਹਾਂ। ਪੰਜਾਬ ਵਿੱਚ ਇੱਕ ਯੂਨੀਵਰਸਿਟੀ ਰਿਜ਼ਰਵੇਸ਼ਨ ਕੈਟਾਗਰੀ ਨੂੰ ਪਹਿਲਾਂ ਸੱਦ ਰਹੀ ਸੀ, ਜਦ ਕਿ ਦੂਜੀਆਂ ਜਨਰਲ ਕੈਟਾਗਰੀ ਨੂੰ ਬਾਅਦ ਵਿੱਚ। ਇਹ ਗੱਲ ਐਮਟੈਕ ਦੇ ਦਾਖਲੇ ਦੀ 2011 ਦੀ ਹੈ। ਪਿਆਰੇ ਸੱਜਣੋ, ਜੇਕਰ ਜਨਰਲ ਕੈਟਾਗਰੀ ਨੂੰ ਕਾਉਂਸਲਿੰਗ ਲਈ ਪਹਿਲਾਂ ਸੱਦਿਆ ਜਾਵੇ ਤਾਂ ਰਿਜ਼ਰਵ ਕੈਟਾਗਰੀ ਦੀ ਉੱਪਰਲੀ ਮੈਰਿਟ ਵਾਲੇ ਉਮੀਦਵਾਰ ਨੂੰ ਜਨਰਲ ਕੈਟਾਗਰੀ ਵਿੱਚ ਸੀਟ ਪ੍ਰਾਪਤ ਕਰਨ ਦਾ ਮੌਕਾ ਮਿਲ ਜਾਂਦਾ ਹੈ, ਜਿਸ ਕਰਕੇ ਉਸ ਨਾਲ ਸੰਬੰਧਿਤ ਰਿਜ਼ਰਵੇਸ਼ਨ ਕੈਟਾਗਰੀ ਦੇ ਘੱਟ ਅੰਕਾਂ ਵਾਲੇ ਉਮੀਦਵਾਰਾਂ ਨੂੰ ਸਫਲਤਾ ਪ੍ਰਾਪਤ ਹੋ ਜਾਂਦੀ ਹੈ ਤੇ ਉਹਨਾਂ ਦੀ ਰਿਜ਼ਰਵੇਸ਼ਨ ਵੱਧ ਜਾਂਦੀ ਹੈ। ਜਾਂ ਇਹ ਕਹਿ ਲਓ ਕਿ ਪਿਛੜੀ ਸ਼੍ਰੇਣੀ ਦੀਆਂ ਸੀਟਾਂ ਜਾਂ ਰਿਜ਼ਰਵ ਕੈਟਾਗਰੀ ਦੀਆਂ ਸੀਟਾਂ ਵੱਧ ਜਾਂਦੀਆਂ ਹਨ। ਜੇ ਰਾਖਵੇਂ ਕਰਨ ਸ਼੍ਰੇਣੀ ਨੂੰ ਕਾਉਂਸਲਿੰਗ ਲਈ ਪਹਿਲਾਂ ਸੱਦ ਲਿਆ ਜਾਵੇ ਤਾਂ ਇਹ ਆਪਣੀ ਸ਼੍ਰੇਣੀ ਦੇ ਹੇਠਲੀ ਮੈਰਿਟ ਵਾਲੇ ਉਮੀਦਵਾਰਾਂ ਦੇ ਸਫਲ ਹੋਣ ਵਿੱਚ ਰੋੜਾ ਬਣਦੇ ਹਨ, ਕਿਉਂਕਿ ਇਹਨਾਂ ਨੇ ਉਹਨਾਂ ਦੀਆਂ ਸੀਟਾਂ ਮਾਰ ਲੈਣੀਆਂ ਹੁੰਦੀਆਂ ਹਨ ਤੇ ਜੋ ਕਿ ਪਹਿਲਾਂ ਸਥਿਤੀ ਵਿੱਚ ਉਹ ਆ ਸਕਦੇ ਸੀ ਉਹ ਫਿਰ ਰਹਿ ਜਾਂਦੇ ਹਨ ਤੇ ਉਹਨਾਂ ਦੇ ਪਛੜੀ ਸ਼੍ਰੇਣੀ ਜਾਂ ਰਿਜ਼ਰਵ ਕੈਟਾਗਰੀ 'ਚ ਉਮੀਦਵਾਰ ਘਟ ਜਾਂਦੇ ਹਨ, ਕਿਉਂਕਿ ਉੱਪਰਲੀ ਮੈਰਿਟ ਵਾਲੇ ਉਮੀਦਵਾਰ ਜੋ ਜਨਰਲ ਸ਼੍ਰੇਣੀ ਵਿੱਚ ਸਿਲੈਕਟ ਹੋ ਜਾਣਗੇ ਪਿੱਛੇ ਰਿਜ਼ਰਵ ਕੈਟਾਗਰੀ ਦੀਆਂ ਸੀਟਾਂ ਆਪ ਸਾਂਭ ਲੈਣਗੇ ਅਤੇ ਹੇਠਲੀ ਮੈਰਿਟ ਵਾਲੇ ਉਮੀਦਵਾਰਾਂ ਦੇ ਸਫਲਤਾ ਪ੍ਰਾਪਤ ਕਰਨ ਦੇ ਮੌਕੇ ਘਟ ਜਾਣਗੇ। ਸੋ ਪਿਆਰੇ ਸੱਜਣੋ, ਕਾਉਂਸਲਿੰਗ ਦਾ ਸਭ ਤੋਂ ਵਧੀਆ ਤਰੀਕਾ ਜਾਂ ਉਮੀਦਵਾਰ ਸਿਲੈਕਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਸਭ ਸ਼੍ਰੇਣੀਆਂ ਸਮੇਤ ਐਕਸ ਸਰਵਿਸਮੈਨ, ਸਪੋਰਟਸਮੈਨ ਆਦਿ ਜਿੰਨੇ ਵੀ ਹੈ ਨੇ ਸਭ ਦੀ ਮੈਰਿਟ ਇਕੱਠੀ ਬਣਾਈ ਜਾਵੇ। ਦੇਖਿਆ ਜਾਵੇ ਕਿ ਜਿੰਨੇ ਉਮੀਦਵਾਰ ਚਾਹੀਦੇ ਹਨ ਉਹਨਾਂ ਵਿੱਚ ਰਿਜ਼ਰਵੇਸ਼ਨ ਪੂਰੀ ਹੈ, ਜੇ ਹੈ ਤਾਂ ਠੀਕ ਹੈ, ਜੇ ਵੱਧ ਹੈ ਤਦ ਵੀ ਠੀਕ ਹੈ, ਜੇ ਨਹੀਂ ਤਾਂ ਰਹਿੰਦੇ ਅਰਥਾਤ ਰਹਿ ਗਏ ਉਮੀਦਵਾਰਾਂ ਵਿੱਚੋਂ ਉਹਨਾਂ ਦੀ ਰਿਜ਼ਰਵੇਸ਼ਨ ਪੂਰੀ ਕੀਤੀ ਜਾਵੇ, ਜਿਵੇਂ ਕਿ ਪੰਚਾਇਤੀ ਚੋਣਾਂ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਪਿਆਰੇ ਸੱਜਣੋ, ਰਿਜ਼ਰਵੇਸ਼ਨ ਲੈ ਲੈਣੀ ਬਹੁਤੀ ਗੱਲ ਨਹੀਂ ਹੈ, ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ। ਇਸ ਤੇ ਪਹਿਰਾ ਦੇਣਾ ਪੈਣਾ ਹੈ, ਨਹੀਂ ਤੇ ਆਪ ਨੂੰ ਨੁਕਸਾਨ ਹੁੰਦਾ ਹੀ ਰਹੇਗਾ। ਮੈਂ ਇਹ ਉਦਾਹਰਨ ਤਾਂ 211 ਦੀ ਦਿੱਤੀ ਹੈ, ਪਰ ਮੈਨੂੰ ਪਤਾ ਹੈ ਕਿ ਹੱਲੀ ਤਾਣੇ ਵੀ ਇਹ ਇਸ ਤਰ੍ਹਾਂ ਹੀ ਚੱਲ ਰਿਹਾ ਹੋਏਗਾ। ਸੋ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਇਹ ਪੜ੍ਹੋ ਔਰ ਇਸ ਤੇ ਵਿਚਾਰ ਕਰੋ ਔਰ ਫਿਰ ਸੋਚੋ ਕਿ ਵਾਕਿਆ ਹੀ ਇਹ ਜਿਹੜਾ ਮੈਂ ਆਪ ਜੀ ਨੂੰ ਦੱਸਿਆ ਹੈ ਇਹ ਠੀਕ ਹੈ ਕਿ ਗਲਤ ਹੈ। ਸੋ ਪਿਆਰੇ ਸੱਜਣੋ, ਇੰਨਾ ਹੀ ਕਹਿੰਦਾ ਹੋਇਆ ਧੰਨਵਾਦ ਕਰਦਾ ਹਾਂ ਔਰ ਆਸ ਕਰਦਾ ਹਾਂ ਕਿ ਆਪ ਇਸ ਨੂੰ ਟਿਕ ਕਰੋਗੇ, ਮਤਲਬ ਹਾਂ ਲਾਈਕ ਕਰੋਗੇ ਜਾਂ ਕਮੈਂਟ ਕਰੋਗੇ ਜਾਂ ਸਬਸਕ੍ਰਾਈਬ ਕਰੋਗੇ। तो आप जेकर ये करते हो तो होर उम्मीदवार जिहड़े ने उन्हां दा भी फायदा हो सकता है, होर जो पिछड़ी जाने वाले ने उन्हां दा फायदा हो सकता है। इन्ना ही कहंदा होया फिर वाहिगुरू जी का खालसा वाहिगुरू जी की फतेह।